ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੇ ਇਸ ਖਾਸ ਵਿਸ਼ਲੇਸ਼ਣ ਵਿੱਚ ਆਪਾਂ ਸਿੱਧਾ ਪੰਜਾਬ ਦੇ 110 ਸਾਲਾਂ ਦੇ ਬਹੁਤ ਹੀ ਡੂੰਘੇ ਅਤੇ ਕਹਿ ਲਓ ਕਾਫੀ ਗੁੰਝਲਦਾਰ ਇਤਿਹਾਸਿਕ ਸਫ਼ਰ ਵਿੱਚ ਛਾਲ ਮਾਰਨ ਲੱਗੇ ਹਾਂ। ਅੱਜ ਦਾ ਆਪਣਾ ਮੁੱਖ ਫੋਕਸ ਰਹੇਗਾ ਰਾਜ ਦੀ ਤਾਕਤ ਯਾਨੀ ਸਟੇਟ ਪਾਵਰ ਅਤੇ ਧਾਰਮਿਕ ਪਹਿਚਾਣ ਦੇ ਵਿਚਕਾਰ ਬਣੇ ਹੋਏ ਉਸ ਨਾਜ਼ੁਕ ਜਿਹੇ ਸੰਤੁਲਨ ਤੇ। ਇਹ ਕੋਈ ਐਵੇਂ ਆਮ ਜੀ ਗੱਲ ਨਹੀਂ ਹੈ, ਸਗੋਂ ਇੱਕ ਅਜਿਹਾ ਮੁੱਦਾ ਹੈ ਜਿਹੜਾ ਅੱਜ ਵੀ ਉਨਾ ਹੀ ਭਖਦਾ ਹੋਇਆ ਹੈ ਜਿੰਨਾ ਦਹਾਕਿਆਂ ਪਹਿਲਾਂ ਸੀ। ਸੋ ਤਿਆਰ ਹੋ ਜਾਓ, ਕਿਉਂਕਿ ਆਪਾਂ ਸਿਰਫ ਕਿਤਾਬੀ ਗੱਲਾਂ ਨਹੀਂ ਕਰਨੀਆਂ, ਸਗੋਂ ਇਹ ਦੇਖਣਾ ਹੈ ਕਿ ਅਸਲ ਵਿੱਚ ਇਹ ਇਤਿਹਾਸ ਸਿਰਜਿਆ ਕਿਵੇਂ ਗਿਆ। ਚਲੋ ਬਿਨਾਂ ਦੇਰੀ ਕੀਤੇ ਸ਼ੁਰੂ ਕਰਦੇ ਹਾਂ। ਆਪਣਾ ਇਹ ਸਫ਼ਰ 1886 ਤੋਂ ਸ਼ੁਰੂ ਹੋ ਕੇ 1996 ਤੱਕ ਚੱਲੇਗਾ, ਜਿਸ ਵਿੱਚ ਆਪਾਂ 5 ਬਹੁਤ ਹੀ ਅਹਿਮ ਪੜਾਅ ਦੇਖਾਂਗੇ, ਜਿਵੇਂ ਕਿ ਜਲਾਵਤਨੀ ਵੇਲੇ ਦੀ ਬਗਾਵਤ, ਫਿਰ ਸੂਬਾ ਮੋਰਚਾ, ਉਸ ਤੋਂ ਬਾਅਦ 1984 ਦਾ ਦੁਖਾਂਤ, ਫਿਰ ਰਾਸ਼ਟਰਪਤੀ ਦਾ ਉਹ ਖਾਸ ਹੁਕਮ ਅਤੇ ਅਖੀਰ ਵਿੱਚ ਵਾਜਪਾਈ ਜੀ ਦੀ ਫੇਰੀ। ਇਹ 5 ਘਟਨਾਵਾਂ ਆਪਾਂ ਨੂੰ ਪੂਰੀ ਪਿਕਚਰ ਸਮਝਣ ਲਈ ਇੱਕ ਕਮਾਲਦਾਰ ਰੋਡ ਮੈਪ ਦਿੰਦੀਆਂ ਨੇ। ਤੇ ਅੱਜ ਦੇ ਇਸ ਵਿਸ਼ਲੇਸ਼ਣ ਦਾ ਏਜੰਡਾ ਬਿਲਕੁਲ ਸਾਫ਼ ਹੈ। ਇਹਦੇ 5 ਮੁੱਖ ਥੰਮ ਨੇ। ਪਹਿਲਾ, ਆਖਰੀ ਮਹਾਰਾਜੇ ਦੀ ਉਹ ਇਤਿਹਾਸਿਕ ਬਗਾਵਤ। ਦੂਜਾ, ਨਵੇਂ ਸੂਬੇ ਲਈ ਲੱਗਿਆ ਮੋਰਚਾ। ਤੀਜਾ, 1984 ਦਾ ਉਹ ਨਾਜ਼ੁਕ ਮੋੜ ਜਿਸ ਨੇ ਸਭ ਕੁਝ ਬਦਲ ਦਿੱਤਾ। ਚੌਥਾ, ਮੀਰੀ ਪੀਰੀ ਸਿਧਾਂਤ ਤੇ ਲੱਗੀ ਪਾਬੰਦੀ। ਅਤੇ ਪੰਜਵਾਂ, ਉਸ ਮਸ਼ਹੂਰ ਮੁਆਫੀਨਾਮੇ ਦੇ ਪਿੱਛੇ ਦੀ ਅਸਲ ਸੱਚਾਈ। ਆਓ ਹੁਣ ਆਪਣੇ ਪਹਿਲੇ ਅਧਿਆਇ ਵੱਲ ਵਧਦੇ ਹਾਂ। 1886 ਆਖਰੀ ਮਹਾਰਾਜੇ ਦੀ ਬਗਾਵਤ। ਹੁਣ ਇਸ ਗੱਲ ਦੀ ਤਹਿ ਤੱਕ ਜਾਣ ਲਈ ਆਪਾਂ ਨੂੰ ਥੋੜਾ ਜਿਹਾ ਪਿੱਛੇ 1849 ਵਿੱਚ ਜਾਣਾ ਪੈਣਾ ਹੈ, ਜਦੋਂ ਅੰਗਰੇਜ਼ਾਂ ਨੇ ਪੰਜਾਬ ਉੱਤੇ ਪੂਰਾ ਕਬਜ਼ਾ ਕਰ ਲਿਆ ਸੀ। ਇਹ ਇਤਿਹਾਸ ਵਾਕਈ ਬਹੁਤ ਦਿਲਕੰਬਾਊ ਹੈ। ਸੋਚ ਕੇ ਦੇਖੋ, ਮਹਾਰਾਜਾ ਰਣਜੀਤ ਸਿੰਘ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਮਹਾਰਾਜਾ ਦਲੀਪ ਸਿੰਘ, ਜੋ ਕਿ ਪੰਜਾਬ ਦੇ ਆਖਰੀ ਸੁਤੰਤਰ ਸ਼ਾਸਕ ਸਨ, ਉਹਨਾਂ ਨੂੰ ਸਿਰਫ 10 ਸਾਲ ਦੀ ਉਮਰ ਵਿੱਚ ਉਹਨਾਂ ਦੇ ਏਡੇ ਵੱਡੇ ਰਾਜ ਤੋਂ ਵਾਂਝਾ ਕਰ ਦਿੱਤਾ ਗਿਆ। ਉਹਨਾਂ ਨੂੰ ਆਪਣੀ ਮਾਂ ਤੋਂ ਵੱਖ ਕਰਕੇ ਬ੍ਰਿਟਿਸ਼ ਅਫਸਰਾਂ ਦੀ ਸਖਤ ਨਿਗਰਾਨੀ ਹੇਠ ਰੱਖਿਆ ਗਿਆ ਤੇ ਫਿਰ 1853 ਵਿੱਚ ਭਾਰੀ ਦਬਾਅ ਪਾ ਕੇ ਉਹਨਾਂ ਨੂੰ ਈਸਾਈ ਧਰਮ ਅਪਣਾਉਣ ਲਈ ਮਜਬੂਰ ਕੀਤਾ ਗਿਆ ਤੇ ਦੇਸ਼ ਨਿਕਾਲਾ ਦੇ ਕੇ ਸਿੱਧਾ ਇੰਗਲੈਂਡ ਭੇਜ ਦਿੱਤਾ ਗਿਆ। ਹੁਣ ਇੱਥੇ ਜੋ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਨਾ, ਉਹ ਇਹ ਹੈ ਕਿ ਇਹ ਬਗਾਵਤ ਆਖਿਰ ਹੋਈ ਕਿੱਥੇ। ਦੇਖੋ, ਜਿਵੇਂ-ਜਿਵੇਂ ਮਹਾਰਾਜਾ ਦਲੀਪ ਸਿੰਘ ਵੱਡੇ ਹੋਏ, ਉਹਨਾਂ ਨੂੰ ਈਸਟ ਇੰਡੀਆ ਕੰਪਨੀ ਦੀਆਂ ਚਲਾਕੀਆਂ ਦਾ ਪੂਰਾ ਅਹਿਸਾਸ ਹੋ ਗਿਆ। ਉਹਨਾਂ ਨੇ ਠਾਣ ਲਿਆ ਕਿ ਭਾਈ ਮੈਂ ਤਾਂ ਆਪਣੀ ਵਿਰਾਸਤ ਵਾਪਸ ਲੈਣੀ ਹੀ ਲੈਣੀ ਹੈ। ਪਰ ਜਦੋਂ ਭਾਰਤ ਵਾਪਸ ਆਉਣ ਲੱਗੇ ਤਾਂ ਅੰਗਰੇਜ਼ਾਂ ਨੂੰ ਡਰ ਪੈ ਗਿਆ ਕਿ ਕਿਤੇ ਪੰਜਾਬ ਵਿੱਚ ਬਗਾਵਤ ਨਾ ਹੋ ਜਾਵੇ। ਇਸੇ ਡਰੋਂ ਉਹਨਾਂ ਨੇ ਮਹਾਰਾਜੇ ਨੂੰ ਰਸਤੇ ਵਿੱਚ ਹੀ ਯਮਨ ਦੇ ਅਦਨ ਸ਼ਹਿਰ ਵਿੱਚ ਨਜ਼ਰਬੰਦ ਕਰ ਲਿਆ। ਪਰ ਮਹਾਰਾਜਾ ਕਿੱਥੇ ਰੁਕਣ ਵਾਲੇ ਸੀ? ਉੱਥੇ ਹੀ 26 ਮਈ 1886 ਨੂੰ ਉਹਨਾਂ ਨੇ ਅੰਗਰੇਜ਼ਾਂ ਦੀ ਅੱਖ ਵਿੱਚ ਅੱਖ ਪਾ ਕੇ ਖੁੱਲ੍ਹੀ ਬਗਾਵਤ ਕੀਤੀ ਅਤੇ ਅੰਮ੍ਰਿਤ ਛਕ ਕੇ ਮੁੜ ਆਪਣਾ ਮੂਲ ਸਿੱਖ ਧਰਮ ਅਪਣਾ ਲਿਆ। ਵਾਕਈ ਕਿਆ ਕਮਾਲ ਦਾ ਜਜ਼ਬਾ ਸੀ। ਹੁਣ ਆਪਾਂ ਕੁਝ ਦਹਾਕੇ ਅੱਗੇ ਚੱਲਦੇ ਹਾਂ, ਆਪਣੇ ਦੂਜੇ ਅਧਿਆਇ ਵੱਲ। 1960 ਨਵੇਂ ਸੂਬੇ ਲਈ ਮੋਰਚਾ। ਦੇਖੋ, ਆਜ਼ਾਦੀ ਤੋਂ ਬਾਅਦ ਪੰਜਾਬ ਅੰਦਰ ਸੰਘਰਸ਼ ਦਾ ਰੰਗ ਰੂਪ ਬਿਲਕੁਲ ਹੀ ਬਦਲ ਗਿਆ ਸੀ। ਹੁਣ ਲੜਾਈ ਅੰਗਰੇਜ਼ਾਂ ਨਾਲ ਨਹੀਂ ਸੀ, ਸਗੋਂ ਆਪਣੇ ਹੀ ਆਜ਼ਾਦ ਦੇਸ਼ ਦੇ ਅੰਦਰ ਭਾਸ਼ਾ ਦੇ ਆਧਾਰ ਤੇ ਇੱਕ ਨਵੇਂ ਸੂਬੇ ਦੀ ਮੰਗ ਸੀ, ਯਾਨੀ ਕਿ ਪੰਜਾਬੀ ਸੂਬਾ। ਤੇ ਜੇ ਆਪਾਂ ਇਸ ਅੰਦੋਲਨ ਦੇ ਸਕੇਲ ਦੀ ਗੱਲ ਕਰੀਏ ਨਾ, ਤਾਂ ਇਹ ਇੰਨਾ ਵੱਡਾ ਸੀ ਕਿ ਸੰਤ ਫਤਿਹ ਸਿੰਘ ਜੀ ਦੀ ਅਗਵਾਈ ਵਿੱਚ 10,000 ਦੀ ਗਿਣਤੀ ਵਿੱਚ ਸਿੱਖਾਂ ਨੇ ਸ਼ਾਂਤਮਈ ਗ੍ਰਿਫਤਾਰੀਆਂ ਦਿੱਤੀਆਂ। ਮਈ 1960 ਵਿੱਚ ਜਦੋਂ ਮੋਰਚਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਾਸਟਰ ਤਾਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਬਸ ਸਮਝ ਲਓ ਲੋਕਾਂ ਦਾ ਹੜ੍ਹ ਹੀ ਆ ਗਿਆ। ਇਹ ਭਾਰਤ ਦੇ ਲੋਕਤੰਤਰਿਕ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਸ਼ਾਂਤਮਈ ਲਹਿਰਾਂ ਵਿੱਚੋਂ ਇੱਕ ਸੀ। ਤੇ ਇਸ ਲਗਾਤਾਰ ਚੱਲੇ ਵਿਸ਼ਾਲ ਅੰਦੋਲਨ ਦਾ ਪ੍ਰਭਾਵ ਇਹ ਪਿਆ ਕਿ ਆਖਿਰਕਾਰ ਸਰਕਾਰ ਨੂੰ ਝੁਕਣਾ ਪਿਆ। ਨਤੀਜੇ ਵਜੋਂ 1966 ਦਾ ਪੰਜਾਬ ਪੁਨਰਗਠਨ ਐਕਟ ਪਾਸ ਹੋਇਆ। ਇਸ ਕਾਨੂੰਨ ਨੇ ਪੁਰਾਣੇ ਪੰਜਾਬ ਨੂੰ ਵੰਡ ਕੇ 2 ਨਵੇਂ ਆਧੁਨਿਕ ਸੂਬੇ ਬਣਾ ਦਿੱਤੇ। ਇੱਕ ਪਾਸੇ ਬਣਿਆ ਪੰਜਾਬੀ ਬੋਲਣ ਵਾਲਿਆਂ ਦਾ ਮੌਜੂਦਾ ਪੰਜਾਬ ਅਤੇ ਦੂਜੇ ਪਾਸੇ ਹਿੰਦੀ ਬੋਲਣ ਵਾਲੀ ਬਹੁਗਿਣਤੀ ਵਾਲਾ ਨਵਾਂ ਸੂਬਾ ਹਰਿਆਣਾ। ਇਹ ਇੱਕ ਬਹੁਤ ਵੱਡੀ ਇਤਿਹਾਸਿਕ ਤਬਦੀਲੀ ਸੀ। ਹੁਣ ਆਉਂਦੇ ਹਾਂ ਆਪਣੇ ਤੀਜੇ ਅਧਿਆਇ ਤੇ, ਜੋ ਕਿ ਸ਼ਾਇਦ ਸਭ ਤੋਂ ਦਰਦਨਾਕ ਅਤੇ ਸੰਵੇਦਨਸ਼ੀਲ ਪੜਾਅ ਹੈ। 1984 ਦਾ ਨਾਜ਼ੁਕ ਮੋੜ। 1980 ਦੇ ਦਹਾਕੇ ਦੀ ਸ਼ੁਰੂਆਤ ਪੰਜਾਬ ਲਈ ਬਹੁਤ ਹੀ ਅਸਥਿਰਤਾ ਭਰੀ ਸੀ। ਇੱਕ ਪਾਸੇ ਧਰਮਯੁੱਧ ਮੋਰਚਾ ਪੂਰੇ ਜ਼ੋਰਾਂ ਤੇ ਸੀ ਤੇ ਦੂਜੇ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਖਾੜਕੂਵਾਦ ਵੀ ਜ਼ੋਰ ਫੜ ਰਿਹਾ ਸੀ। ਅਕਾਲੀ ਦਲ ਅਤੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਵਿਚਕਾਰ ਜਿੰਨੀਆਂ ਵੀ ਗੁਪਤ ਜਾਂ ਜਨਤਕ ਮੀਟਿੰਗਾਂ ਹੋਈਆਂ, ਉਹ ਸਾਰੀਆਂ ਬੁਰੀ ਤਰ੍ਹਾਂ ਫੇਲ ਹੋ ਗਈਆਂ। ਤੇ ਇਸ ਸਭ ਦਾ ਨਤੀਜਾ ਜੂਨ 1984 ਵਿੱਚ ਆਪਰੇਸ਼ਨ ਬਲੂ ਸਟਾਰ। ਭਾਰਤੀ ਫੌਜ ਵੱਲੋਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੀਤੀ ਗਈ ਇਸ ਵੱਡੀ ਕਾਰਵਾਈ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਿਆ ਅਤੇ ਬੇਗੁਨਾਹ ਨਾਗਰਿਕਾਂ ਦੀਆਂ ਜਾਨਾਂ ਦਾ ਜੋ ਨੁਕਸਾਨ ਹੋਇਆ, ਉਹ ਬਹੁਤ ਹੀ ਦੁਖਦਾਈ ਸੀ।
ਅਤੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਦਰਸਾਉਂਦਾ ਹੈ ਕਿ ਸੁਣੀਆਂ ਗੱਲਾਂ ਅਤੇ ਅਸਲ ਇਤਿਹਾਸਿਕ ਤੱਥਾਂ ਵਿੱਚ ਕਿੰਨਾ ਫਰਕ ਹੁੰਦਾ ਹੈ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਇਸ ਹਮਲੇ ਵਿੱਚ ਰੂਸ ਦੀ KGB ਜਾਂ ਬ੍ਰਿਟਿਸ਼ ਇੰਟੈਲੀਜੈਂਸ ਨੇ ਵੀ ਸਰਕਾਰ ਦੀ ਮਦਦ ਕੀਤੀ ਸੀ, ਪਰ ਜਦੋਂ ਆਪਾਂ ਡੀਕਲਾਸੀਫਾਈਡ ਯਾਨੀ ਕਿ ਅਧਿਕਾਰਿਤ ਦਸਤਾਵੇਜ਼ ਦੇਖਦੇ ਹਾਂ ਤਾਂ ਸੱਚਾਈ ਕੁਝ ਹੋਰ ਹੀ ਨਿਕਲਦੀ ਹੈ। ਅਸਲ ਵਿੱਚ ਬਰਤਾਨੀਆ ਨੇ ਸਿਰਫ ਇੱਕ ਛੋਟੀ ਜਿਹੀ ਰਣਨੀਤਿਕ ਸਲਾਹ ਲਈ ਆਪਣਾ ਇੱਕ ਅਫਸਰ ਭੇਜਿਆ ਸੀ। ਰੂਸ ਵਾਲੀ ਗੱਲ ਤਾਂ ਨਿਰੀ ਅਫਵਾਹ ਸੀ ਜੋ ਉਸ ਵੇਲੇ ਚੱਲ ਰਹੀ ਕੋਲਡ ਵਾਰ ਦੇ ਮਾਹੌਲ ਕਰਕੇ ਫੈਲੀ ਸੀ। ਅਸਲੀਅਤ ਇਹ ਹੈ ਕਿ ਇਸ ਪੂਰੇ ਆਪਰੇਸ਼ਨ ਦੀ ਪਲੈਨਿੰਗ ਤੋਂ ਲੈ ਕੇ ਐਕਸ਼ਨ ਤੱਕ ਸਭ ਕੁਝ ਭਾਰਤੀ ਸਟੇਟ ਅਤੇ ਭਾਰਤੀ ਫੌਜ ਵੱਲੋਂ ਹੀ ਕੀਤਾ ਗਿਆ ਸੀ। ਆਓ ਹੁਣ ਚੌਥੇ ਅਧਿਆਇ ਵੱਲ ਵਧੀਏ। 1988 ਮੀਰੀ ਪੀਰੀ ਤੇ ਪਾਬੰਦੀ। ਖਾੜਕੂਵਾਦ ਦੇ ਉਸ ਸਿਖਰਲੇ ਦੌਰ ਤੋਂ ਬਾਅਦ ਸਰਕਾਰ ਨੇ ਸੋਚਿਆ ਕਿ ਕਿਉਂ ਨਾ ਕਾਨੂੰਨ ਬਣਾ ਕੇ ਧਰਮ ਅਤੇ ਸਿਆਸਤ ਨੂੰ ਵੱਖ-ਵੱਖ ਕਰ ਦਿੱਤਾ ਜਾਵੇ। ਪਰ ਇੱਥੇ ਇੱਕ ਪੇਚ ਹੈ। ਇਸ ਸਰਕਾਰੀ ਕਦਮ ਨੂੰ ਸਮਝਣ ਲਈ ਪਹਿਲਾਂ ਸਾਨੂੰ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਝਣਾ ਪੈਣਾ ਹੈ। 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਖਸ਼ਿਆ ਗਿਆ ਇਹ ਇੱਕ ਅਜਿਹਾ ਬੁਨਿਆਦੀ ਸਿਧਾਂਤ ਹੈ ਜੋ ਦੁਨਿਆਵੀ ਤਾਕਤ ਯਾਨੀ ਮੀਰੀ ਔਰ ਆਤਮਿਕ ਤਾਕਤ ਯਾਨੀ ਪੀਰੀ ਦੇ ਇੱਕਮਿਕ ਹੋਣ ਦਾ ਪ੍ਰਤੀਕ ਹੈ। ਸਿੱਧੇ ਲਫ਼ਜ਼ਾਂ ਵਿੱਚ ਕਹੀਏ ਤਾਂ ਸਿੱਖ ਫਲਸਫੇ ਮੁਤਾਬਿਕ ਧਾਰਮਿਕ ਅਤੇ ਸਿਆਸੀ ਪਛਾਣ ਨੂੰ ਤੁਸੀਂ ਇੱਕ ਦੂਜੇ ਤੋਂ ਵੱਖ ਕਰ ਹੀ ਨਹੀਂ ਸਕਦੇ। ਬਿਲਕੁਲ, ਤੇ ਇਹੀ ਕਾਰਨ ਹੈ ਕਿ ਮਈ 1988 ਵਿੱਚ ਭਾਰਤ ਸਰਕਾਰ ਜੋ ਧਾਰਮਿਕ ਸੰਸਥਾਵਾਂ ਬਾਰੇ ਆਰਡੀਨੈਂਸ ਲੈ ਕੇ ਆਈ, ਉਸ ਨੂੰ ਸਿੱਖ ਜਗਤ ਨੇ ਬਹੁਤ ਗੰਭੀਰਤਾ ਨਾਲ ਲਿਆ। ਇਸ ਕਾਨੂੰਨ ਮੁਤਾਬਿਕ ਧਾਰਮਿਕ ਫੰਡਾਂ ਨੂੰ ਸਿਆਸਤ ਲਈ ਵਰਤਣ ਜਾਂ ਗੁਰੂ ਘਰਾਂ ਵਿੱਚ ਸਿਆਸੀ ਪ੍ਰਚਾਰ ਕਰਨ ਤੇ ਸਖਤ ਪਾਬੰਦੀ ਲਾ ਦਿੱਤੀ ਗਈ। ਹੁਣ ਸਰਕਾਰ ਦਾ ਪੱਖ ਸੀ ਕਿ ਉਹ ਵੱਖਵਾਦ ਨੂੰ ਦਬਾਉਣਾ ਚਾਹੁੰਦੇ ਨੇ, ਪਰ ਜ਼ਿਆਦਾਤਰ ਸਿੱਖ ਜਥੇਬੰਦੀਆਂ ਨੇ ਇਸ ਨੂੰ ਕਿਵੇਂ ਦੇਖਿਆ? ਉਹਨਾਂ ਨੂੰ ਲੱਗਿਆ ਕਿ SGPC ਵਰਗੀਆਂ ਰਿਵਾਇਤੀ ਸਿੱਖ ਸੰਸਥਾਵਾਂ ਦੀ ਤਾਕਤ ਨੂੰ ਖਤਮ ਕਰਨ ਅਤੇ ਸਿੱਖਾਂ ਦੀ ਸਿਆਸੀ ਆਵਾਜ਼ ਨੂੰ ਦਬਾਉਣ ਲਈ ਇੱਕ ਸਿੱਧਾ ਹਮਲਾ ਹੈ। ਚਲੋ ਹੁਣ ਆਪਾਂ ਚੱਲਦੇ ਹਾਂ ਆਪਣੇ 5ਵੇਂ ਅਤੇ ਆਖਰੀ ਅਧਿਆਇ ਵੱਲ ਅਤੇ ਦੇਖਦੇ ਹਾਂ ਕਿ ਇਹ ਸਾਰਾ ਕੁਝ 1996 ਨਾਲ ਕਿਵੇਂ ਜੁੜਦਾ ਹੈ। ਮਾਫੀਨਾਮੇ ਦੀ ਸੱਚਾਈ। ਤੁਹਾਨੂੰ ਪਤਾ ਹੈ 1990 ਦੇ ਦਹਾਕੇ ਵਿੱਚ ਸਿਆਸੀ ਤੌਰ ਤੇ ਮਾਹੌਲ ਨੂੰ ਠੀਕ ਕਰਨ ਦੀਆਂ ਕਈ ਕੋਸ਼ਿਸ਼ਾਂ ਹੋਈਆਂ। ਇੱਥੇ ਇੱਕ ਬਹੁਤ ਹੀ ਵੱਡੀ ਗਲਤਫਹਿਮੀ ਦੂਰ ਕਰਨੀ ਬਣਦੀ ਹੈ। ਅਕਸਰ ਲੋਕ ਕਹਿੰਦੇ ਨੇ ਕਿ ਅਟਲ ਬਿਹਾਰੀ ਵਾਜਪਾਈ ਜੀ 1994 ਲਈ ਜ਼ਿੰਮੇਵਾਰ ਸਨ ਤੇ ਉਹਨਾਂ ਨੇ 1996 ਵਿੱਚ ਮਾਫੀ ਮੰਗੀ ਸੀ। ਨਹੀਂ, ਇਹ ਇੱਕ ਮਿਥ ਹੈ। ਅਸਲ ਵਿੱਚ 1994 ਵੇਲੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਵਾਜਪਾਈ ਜੀ ਤਾਂ ਵਿਰੋਧੀ ਧਿਰ ਵਿੱਚ ਸਨ। ਹਾਂ, ਇਹ ਸੱਚ ਹੈ ਕਿ ਜਦੋਂ ਉਹ 1996 ਵਿੱਚ ਸਿਰਫ 13 ਦਿਨਾਂ ਲਈ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਜਾ ਕੇ 1994 ਦੇ ਦੁਖਾਂਤ ਲਈ ਡੂੰਘੇ ਦੁੱਖ ਦਾ ਪ੍ਰਗਟਾਵਾ ਜ਼ਰੂਰ ਕੀਤਾ ਸੀ, ਪਰ ਉਹਨਾਂ ਵੱਲੋਂ ਕੋਈ ਅਧਿਕਾਰਿਤ ਸਰਕਾਰੀ ਮਾਫੀ ਨਹੀਂ ਮੰਗੀ ਗਈ ਸੀ, ਕਿਉਂਕਿ ਹਮਲਾ ਉਹਨਾਂ ਨੇ ਥੋੜੀ ਕਰਵਾਇਆ ਸੀ। ਜੋ ਅਧਿਕਾਰਿਤ ਮਾਫੀ ਸੀ ਉਹ ਤਾਂ ਸਾਲ 2005 ਵਿੱਚ ਜਾ ਕੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਵੱਲੋਂ ਸੰਸਦ ਵਿੱਚ ਮੰਗੀ ਗਈ ਸੀ। ਸੋ ਆਪਾਂ ਆ ਗਏ ਹਾਂ ਇਸ ਵਿਸ਼ਲੇਸ਼ਣ ਦੇ ਅੰਤ ਤੇ, ਪਰ ਜਾਣ ਤੋਂ ਪਹਿਲਾਂ ਮੈਂ ਇੱਕ ਬਹੁਤ ਹੀ ਅਹਿਮ ਸਵਾਲ ਛੱਡ ਕੇ ਜਾਣਾ ਚਾਹੁੰਦਾ। ਰਾਜ ਦੇ ਬਣਾਏ ਕਾਨੂੰਨ ਅਤੇ ਲੋਕਾਂ ਦੇ ਅਟੁੱਟ ਧਾਰਮਿਕ ਸਿਧਾਂਤ, ਇਹਨਾਂ ਵਿਚਕਾਰ ਜੋ ਇਹ ਨਾਜ਼ੁਕ ਜਿਹਾ ਇਤਿਹਾਸਿਕ ਸੰਤੁਲਨ ਹੈ ਨਾ, ਇਹ ਅੱਜ ਦੇ ਆਧੁਨਿਕ ਲੋਕਤਾਂਤਰਿਕ ਦੇਸ਼ਾਂ ਦੀ ਪਛਾਣ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਸੋਚ ਕੇ ਦੇਖਿਓ, ਪੰਜਾਬ ਦਾ 110 ਸਾਲਾਂ ਦਾ ਲੰਮਾ ਸਫ਼ਰ ਕੋਈ ਬੀਤੇ ਕੱਲ ਦੀ ਗੱਲ ਨਹੀਂ ਰਹੀ। ਇਸ ਦੀਆਂ ਗੂੰਜਾਂ ਅੱਜ ਵੀ ਸਾਡੀ ਭੂ-ਰਾਜਨੀਤੀ ਵਿੱਚ ਸਾਫ਼ ਸੁਣਾਈ ਦਿੰਦੀਆਂ ਨੇ। ਇਤਿਹਾਸ ਵਾਕਈ ਸਾਨੂੰ ਦੱਸਦਾ ਹੈ ਕਿ ਬੀਤਿਆ ਹੋਇਆ ਕੱਲ ਸਾਡੇ ਆਉਣ ਵਾਲੇ ਭਵਿੱਖ ਦੀ ਨੀਂਹ ਕਿਵੇਂ ਰੱਖਦਾ ਹੈ। ਇਸੇ ਸੋਚ ਵਿਚਾਰ ਦੇ ਨਾਲ ਆਪਾਂ ਅੱਜ ਦਾ ਇਹ ਸੈਸ਼ਨ ਇੱਥੇ ਹੀ ਖਤਮ ਕਰਦੇ ਹਾਂ। ਮੈਨੂੰ ਉਮੀਦ ਹੈ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ।